ਤੁਸੀਂ ਵੇਖ ਰਹੇ ਹੋ ਚੱਕ ਦੇ ਟੀਵੀ ਤੇ ਮੈਂ ਹਾਂ ਸੁਖ ਪੱਟੀਵਾਲ ਲੈ ਕੇ ਹਾਜ਼ਰ ਹੋਇਆ ਹਰ ਜਾਣਕਾਰੀ ਨੂੰ ਤੁਹਾਡੇ ਰੂਬਰੂ ਕਰਦੀਆਂ ਖਬਰਾਂ ਦਾ ਆਗਾਜ਼ ਕਰਨ ਤੋਂ ਪਹਿਲਾਂ ਇੱਕ ਨਜ਼ਰ ਮਾਰਦੇ ਹਾਂ ਸੁਰਖੀਆਂ ਵੱਲ। ਸੁਖਬੀਰ ਬਾਦਲ ਮੁੜ ਬਣੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ। ਅਕਾਲੀ ਦਲ ਦੇ ਲੀਡਰਾਂ ਤੋਂ ਇਲਾਵਾ SGPC ਮੈਂਬਰ ਅਤੇ ਸਿੱਖ ਜਥੇਬੰਦੀਆਂ ਦੀ ਹਾਜ਼ਰੀ 'ਚ ਲਿਆ ਗਿਆ ਫੈਸਲਾ। ਨਾਗਰਿਕਤਾ ਸੋਧ ਬਿੱਲ ਕਾਰਨ ਮੋਦੀ ਸਰਕਾਰ ਖਿਲਾਫ ਭੜਕੇ ਕੈਪਟਨ ਅਮਰਿੰਦਰ। ਪੰਜਾਬ ਸਮੇਤ 6 ਵੱਡੇ ਸੂਬਿਆਂ ਨੇ ਬਿੱਲ ਲਾਗੂ ਕਰਨ ਤੋਂ ਕੀਤਾ ਇਨਕਾਰ। ਮੋਦੀ ਸਰਕਾਰ ਦੇ ਨਾਗਰਿਕਤਾ ਸੋਧ ਬਿੱਲ ਨੇ ਭੜਕਾਇਆ ਮੁਸਲਿਮ ਭਾਈਚਾਰਾ। ਅੰਮ੍ਰਿਤਸਰ 'ਚ ਬਿੱਲ ਦੀਆਂ ਕਾਪੀਆਂ ਸਾੜ ਕੀਤਾ ਗਿਆ ਵਿਰੋਧ। SGPC ਨੇ ਸੰਗਤ ਦੇ ਸਹਿਯੋਗ ਨਾਲ ਛਡਵਾਇਆ ਜ਼ਮੀਨ ਦਾ ਕਬਜ਼ਾ। ਹਾਈ ਕੋਰਟ ਦੀ ਮੋਹਰ ਤੋਂ ਬਾਅਦ ਵੀ ਪੁਲਿਸ ਮਦਦ ਦਾ ਵਾਅਦਾ ਕਰ ਮੁੱਕਰੀ। ਪੇਸ਼ੀ ਭੁਗਤਣ ਆਏ ਕੈਦੀ ਨੇ ਸਾਥੀਆਂ ਨਾਲ ਮਿਲ ਦਿਖਾਈ ਗੁੰਡਾਗਰਦੀ। ਪੁਲਿਸ ਤੇ ਗੋਲੀਆਂ ਚਲਾ ਹੋਇਆ ਫਰਾਰ, ਇੱਕ ਮੁਲਾਜ਼ਮ ਜ਼ਖਮੀ। ਕੈਨੇਡਾ ਦੇ ਸੜਕ ਹਾਦਸੇ 'ਚ ਪੰਜਾਬੀ ਨੌਜਵਾਨ ਦੀ ਹੋਈ ਖੌਫਨਾਕ ਮੌਤ। ਦੇਖ ਕੰਬੀ ਰੂਹ। ਕੁਝ ਦਿਨ ਪਹਿਲਾਂ ਹੀ ਨੌਜਵਾਨ ਪਹੁੰਚਿਆ ਸੀ ਕੈਨੇਡਾ। ਹੁਣ ਖਬਰਾਂ ਵਿਸਤਾਰ ਨਾਲ। ਅੱਜ ਦੀ ਸਭ ਤੋਂ ਵੱਡੀ ਖਬਰ ਤੇਜਾ ਸਿੰਘ ਸਮੁੰਦਰੀ ਹਾਲ ਤੋਂ ਸਾਹਮਣੇ ਆਈ, ਜਿੱਥੇ ਸੁਖਬੀਰ ਸਿੰਘ ਬਾਦਲ ਨੂੰ ਮੁੜ ਤੋਂ ਸ਼੍ਰੋਮਣੀ ਅਕਾਲੀ ਦਲ ਦੀ ਕਮਾਨ ਸੌਂਪੀ ਗਈ। ਦੱਸ ਦਈਏ ਕਿ ਲਗਾਤਾਰ ਤੀਜੀ ਵਾਰ ਸੁਖਬੀਰ ਬਾਦਲ ਨੂੰ ਸ਼੍ਰੋਮਣੀ ਅਕਾਲੀ ਦਲ ਦੀ ਪ੍ਰਧਾਨਗੀ ਦਿੱਤੀ ਗਈ ਹੈ ਤੇ ਇਹ ਫੈਸਲਾ ਵੀ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ, SGPC ਮੈਂਬਰਾਂ ਅਤੇ ਸਿੱਖ ਜਥੇਬੰਦੀਆਂ ਦੀ ਹਾਜ਼ਰੀ 'ਚ ਲਿਆ ਗਿਆ। ਹਾਲਾਂਕਿ ਉਧਰ ਸੁਖਦੇਵ ਸਿੰਘ ਢੀਂਡਸਾ ਵੱਲੋਂ ਇਸ ਦਾ ਵਿਰੋਧ ਵੀ ਕੀਤਾ ਜਾ ਰਿਹਾ। ਵਧੇਰੇ ਜਾਣਕਾਰੀ ਲਈ ਆਪਾਂ ਰੁਖ ਕਰਦੇ ਹਾਂ ਸਟੂਡੀਓ ਵੱਲ। लगातार तीजी बार श्रोमणी अकाली दल के प्रधान सुखबीर बादल चुन लए गए हैं। लगातार तीजी बार वो प्रधान बने हैं तो अकाली दल की समूह लीडरशिप जिहड़ी है वो इस मौके मौजूद सीगी। सिख जथेबंदियां ने भी इस समागम दे विच हिस्सा लिया। SGPC के दफ्तर तेजा सिंह समुंदरी हाल दे विच एक प्रोग्राम उलीकिया गया। 99वां स्थापना दिवस सीगा श्रोमणी अकाली दल का। इस मौके लगातार तीजी बार अकाली दल के प्रधान चुने गए सुखबीर सिंह बादल। हालांकि विरोधियों का शुरू तो ही निशाना रहा सीगा कि अकाली दल के जिहड़े प्रधान ने सुखबीर बादल ही रहणगे, उही प्रधान चुने जाणगे। ये तो सिर्फ एक फॉर्मैलिटी सी जिहड़ी पूरी की गई तो उस ते मोहर भी लग गई। लगातार तीजी बार श्रोमणी अकाली दल के प्रधान सुखबीर बादल चुन लए गए हैं। इस मौके स्टेज के उत्ते भी ਵੱਡੀ ਗਿਣਤੀ ਦੇ ਵਿੱਚ ਅਕਾਲੀ ਦਲ ਦੇ ਲੀਡਰ ਮੌਜੂਦ ਸਨ, ਭਾਵੇਂ ਉਹ ਬਲਵਿੰਦਰ ਸਿੰਘ ਭੂੰਦੜ ਹੋਣ, ਢੀਂਡਸਾ ਹੋਣ ਜਾਂ ਫਿਰ ਹਰਸਿਮਰਤ ਕੌਰ ਬਾਦਲ ਸਮੇਤ ਕਈ ਵੱਡੇ ਲੀਡਰ ਜਿਹੜੇ ਸੀਗੇ ਉਹ ਸਟੇਜ ਤੇ ਮੌਜੂਦ ਸਨ। ਤੇ ਇਸ ਮੌਕੇ ਲਗਾਤਾਰ ਤੀਜੀ ਵਾਰ ਸੁਖਬੀਰ ਬਾਦਲ ਨੂੰ ਅਕਾਲੀ ਦਲ ਦਾ ਪ੍ਰਧਾਨ ਚੁਣ ਲਿਆ ਗਿਆ। ਨਾਗਰਿਕਤਾ ਸੋਧ ਬਿੱਲ ਨੇ ਪੂਰੇ ਉੱਤਰ ਭਾਰਤ 'ਚ ਕੜਮਾਸ ਮਚਾ ਰੱਖਿਆ ਤੇ ਭਾਰਤ ਦੇ 6 ਵੱਡੇ ਸੂਬੇ ਮੋਦੀ ਸਰਕਾਰ ਦੇ ਇਸ ਬਿੱਲ ਦੇ ਖਿਲਾਫ ਉਤਰੇ ਹੋਏ ਨੇ। ਪੰਜਾਬ ਸਮੇਤ 6 ਸੂਬਿਆਂ ਨੇ ਇਸ ਬਿੱਲ ਨੂੰ ਲਾਗੂ ਕਰਨ ਤੋਂ ਸਾਫ਼ ਇਨਕਾਰ ਕਰ ਦਿੱਤਾ, ਜਿਸ ਦੇ ਚੱਲਦਿਆਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੀ ਇਸ ਬਿੱਲ ਨੂੰ ਲੈ ਕੇ ਮੋਦੀ ਸਰਕਾਰ ਤੇ ਤਿੱਖੇ ਹਮਲੇ ਬੋਲੇ ਨੇ। ਨਾਗਰਿਕਤਾ ਸੋਧ ਬਿੱਲ ਨੂੰ ਲੈ ਕੇ ਪੂਰਾ ਉੱਤਰ ਭਾਰਤ ਭਾਂਬੜ ਬਣ ਮਚ ਰਿਹਾ ਹੈ ਤੇ ਰਾਜਨੇਤਾ ਆਪਣੀ ਰਾਜਨੀਤੀ ਤੋਂ ਬਾਜ਼ ਨਹੀਂ ਆ ਰਹੇ। ਦੇਸ਼ ਦੇ 6 ਵੱਡੇ ਸੂਬਿਆਂ ਨੇ ਇਸ ਬਿੱਲ ਨੂੰ ਲਾਗੂ ਕਰਨ ਤੋਂ ਇਨਕਾਰ ਕਰ ਦਿੱਤਾ, ਜਿਨ੍ਹਾਂ ਚੋਂ ਇੱਕ ਪੰਜਾਬ ਵੀ ਹੈ। ਸੂਬੇ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇਸ ਬਿੱਲ ਨੂੰ ਲੈ ਕੇ ਕੇਂਦਰ ਦੀ ਮੋਦੀ ਸਰਕਾਰ ਨਾਲ ਆਡਾ ਲਾ ਲਿਆ। ਕੈਪਟਨ ਨੇ ਕਿਹਾ ਕਿ ਕਾਂਗਰਸ ਦੇਸ਼ ਦੇ ਧਰਮ ਨਿਰਪੱਖ ਢਾਂਚੇ ਨੂੰ ਢਾਹ ਨਹੀਂ ਲਗਾਉਣ ਦੇਵੇਗੀ। ਉਹਨਾਂ ਕਿਹਾ ਕਿ ਸੰਸਦ ਨੂੰ ਅਜਿਹਾ ਕਾਨੂੰਨ ਪਾਸ ਕਰਨ ਦਾ ਕੋਈ ਅਧਿਕਾਰ ਨਹੀਂ ਜੋ ਸੰਵਿਧਾਨ ਨੂੰ ਢਾਹ ਲਾਉਂਦਾ ਹੋਵੇ। ਮੁੱਖ ਮੰਤਰੀ ਨੇ ਨਾਗਰਿਕਤਾ ਸੋਧ ਬਿੱਲ ਨੂੰ ਸੰਵਿਧਾਨ ਕਦਰਾਂ ਕੀਮਤਾਂ ਦੇ ਉਲਟ ਦੱਸਿਆ ਤੇ ਕਿਹਾ ਕਿ ਇਹ ਰੱਦ ਹੋਣਾ ਚਾਹੀਦਾ ਹੈ। ਕੈਪਟਨ ਨੇ ਕਿਹਾ ਕਿ ਜੇਕਰ ਦੂਜੇ ਮੁਲਕ ਵੀ ਅਜਿਹੇ ਕਾਨੂੰਨ ਲਿਆਉਣ ਤਾਂ ਫਿਰ ਉੱਥੇ ਵਾਸਤੇ ਵੱਡੀ ਗਿਣਤੀ ਵਿੱਚ ਭਾਰਤ ਵਾਸੀਆਂ ਦਾ ਕੀ ਬਣੇਗਾ। ਉਹਨਾਂ ਕਿਹਾ ਕਿ ਸੰਸਦ ਵਿੱਚ ਇਸ ਬਿੱਲ ਨੂੰ ਪਾਸ ਕਰਵਾਉਣ ਦੀ ਬਜਾਏ ਕੇਂਦਰ ਸਰਕਾਰ ਨੂੰ ਇਸ ਮਸਲੇ ਤੇ ਸਾਰੀਆਂ ਪਾਰਟੀਆਂ ਨਾਲ ਸਲਾਹ ਮਸ਼ਵਰਾ ਕਰਨਾ ਚਾਹੀਦਾ ਸੀ। ਉਧਰ ਇਸ ਬਿੱਲ ਨੂੰ ਲੈ ਕੇ ਪੰਜਾਬ 'ਚ ਮੁਸਲਿਮ ਭਾਈਚਾਰੇ ਵੱਲੋਂ ਵੀ ਲਗਾਤਾਰ ਵਿਰੋਧ ਕੀਤਾ ਜਾ ਰਿਹਾ। ਬੀਤੇ ਕੱਲ ਅੰਮ੍ਰਿਤਸਰ 'ਚ ਬਿੱਲ ਦੀਆਂ ਕਾਪੀਆਂ ਸਾੜ ਕੇ ਕੇਂਦਰ ਸਰਕਾਰ ਦੇ ਖਿਲਾਫ ਪ੍ਰਦਰਸ਼ਨ ਕੀਤਾ ਗਿਆ ਤੇ ਰਾਸ਼ਟਰਪਤੀ ਤੋਂ ਇਸ ਬਿੱਲ ਨੂੰ ਰੱਦ ਕਰਨ ਦੀ ਮੰਗ ਕੀਤੀ ਗਈ।
ਨਾਗਰਿਕਤਾ ਸੰਸ਼ੋਧਨ ਬਿੱਲ ਨੂੰ ਲੈ ਕੇ ਜਿੱਥੇ ਦੇਸ਼ ਭਰ 'ਚ ਕਾਫੀ ਲੋਕਾਂ ਵੱਲੋਂ ਖੁਸ਼ੀ ਜਤਾਈ ਜਾ ਰਹੀ ਹੈ, ਉੱਥੇ ਹੀ ਪੰਜਾਬ 'ਚ ਮੁਸਲਿਮ ਭਾਈਚਾਰੇ ਵੱਲੋਂ ਇਸ ਬਿੱਲ ਦਾ ਲਗਾਤਾਰ ਵਿਰੋਧ ਵੀ ਕੀਤਾ ਜਾ ਰਿਹਾ ਤੇ ਥਾਂ-ਥਾਂ ਤੇ ਪ੍ਰਦਰਸ਼ਨ ਕੀਤਾ ਜਾ ਰਿਹਾ, ਜਿਸ ਦੇ ਚੱਲਦੇ ਇਸ ਬਿੱਲ ਨੂੰ ਲੈ ਕੇ ਬੀਤੇ ਕੱਲ ਪੰਜਾਬ ਦੇ ਅੰਮ੍ਰਿਤਸਰ 'ਚ ਵੀ ਮੁਸਲਿਮ ਭਾਈਚਾਰੇ ਵੱਲੋਂ ਵਿਰੋਧ ਕੀਤਾ ਗਿਆ, ਜਿਸ 'ਚ ਇਸ ਬਿੱਲ ਦੀਆਂ ਕਾਪੀਆਂ ਫੂਕ ਕੇ ਕੇਂਦਰ ਸਰਕਾਰ ਦੇ ਖਿਲਾਫ ਪ੍ਰਦਰਸ਼ਨ ਕੀਤਾ ਗਿਆ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਖਿਲਾਫ ਪੜਾਸ ਕੱਢੀ ਗਈ। ਦੇਖੋ। नहीं चलेगी नहीं चलेगी नहीं चलेगी ये बिल नहीं चलेगी नहीं चलेगी नहीं चलेगी मुसलमानों का हक अपना ਇਸ ਮੌਕੇ ਪ੍ਰਦਰਸ਼ਨਕਾਰੀਆਂ ਨੇ ਮੌਕੇ ਦੀ ਕੇਂਦਰ ਸਰਕਾਰ ਤੇ ਤਿੱਖੇਵਾਰ ਕੀਤੇ ਅਤੇ ਰਾਸ਼ਟਰਪਤੀ ਤੋਂ ਬਿੱਲ ਨੂੰ ਰੱਦ ਕਰਨ ਦੀ ਮੰਗ ਕੀਤੀ ਹੈ। ਇਸ ਮੌਕੇ ਉਹਨਾਂ ਨੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਵੀ ਨਿਸ਼ਾਨੇ ਤੇ ਰੱਖਿਆ। ਮੈਂ ਖੁਰਸ਼ੀਦ ਅਹਿਮਦ, ਵਾਈਸ ਚੇਅਰਮੈਨ ਆਲ ਮੁਸਲਿਮ ਵੈਲਫੇਅਰ ਸੁਸਾਇਟੀ ਇੰਡੀਆ। ਮੈਂ ਇਹੋ ਹੀ ਕਹਿਣਾ ਚਾਹਾਂਗਾ ਕਿ ਇਹ ਜਿਹੜਾ ਬਿੱਲ ਲਿਆਇਆ ਗਿਆ ਇਹ ਬਿਲਕੁਲ ਸਰਾਸਰ ਗਲਤ ਹੈ। ਇਹਦੇ ਜਿਹੜੇ ਕਾਰਨਾਮੇ ਇਹਦੇ ਜਿਹੜੇ ਉਹ ਆਣਗੇ ਉਹ ਅੱਛੇ ਨਹੀਂ ਆਣਗੇ, ਕਿਉਂਕਿ ਇਹ ਹਿੰਦੁਸਤਾਨ ਸਾਰਿਆਂ ਦਾ ਮੁਲਕ ਹੈ। ਇਹਦੇ ਵਿੱਚ ਹਰ ਕੌਮ ਰਹਿਣ ਦਾ ਸਾਰਿਆਂ ਨੂੰ ਪ੍ਰੋਪਰ ਹੱਕ ਹੈ ਤੇ ਇਹਦੇ ਵਿੱਚ ਸਿਰਫ ਬਿੱਲ ਦੇ ਵਿੱਚ ਮੁਸਲਮਾਨ ਨੂੰ ਟਾਰਗੇਟ ਬਣਾਇਆ ਗਿਆ, ਜਦ ਕਿ ਹਰ ਕੌਮ ਮਿਲ ਜੁਲ ਕੇ ਰਹਿਣਾ ਚਾਹੁੰਦੀ ਹੈ। ਕੋਈ ਵੀ ਕੌਮ ਇਹ ਨਹੀਂ ਚਾਹੁੰਦੀ ਕਿ ਇਹ ਦੁਬਾਰਾ ਇਹਦੀ ਵੰਡ ਹੋਵੇ। ਤੇ ਜੇ ਇਹ ਬਿੱਲ ਪਾਸ ਕੀਤਾ ਗਿਆ ਤੇ 30 ਕਰੋੜ ਮੁਸਲਮਾਨ ਜਿਹੜੇ ਹੈ ਪੂਰੇ ਹਿੰਦੁਸਤਾਨ ਦੇ ਵਿੱਚ ਉਹ ਪ੍ਰੋਟੈਸਟ ਕਰਦੇ ਪਏ ਨੇ ਤੇ ਇਹਦਾ ਨਤੀਜਾ ਅੱਛਾ ਨਹੀਂ ਆ ਸਕਦਾ। ਪੰਜਾਬ 'ਚ ਵੀ ਇੰਪੈਕਟ ਆਏਗਾ ਜੀ ਇਹਦਾ? ਹਾਂਜੀ। ਕੀ ਕਰੋਗੇ ਪੰਜਾਬ 'ਚ? ਪੰਜਾਬ ਦੇ ਵਿੱਚ ਵੀ ਜਗ੍ਹਾ ਜਗ੍ਹਾ ਕੱਲ ਵੀ ਸਾਡੇ ਲੁਧਿਆਣਾ ਸ਼ਾਹੀ ਇਮਾਮ ਜਿਹੜੇ ਉਹ ਪ੍ਰੋਟੈਸਟ ਕਰ ਰਹੇ ਨੇ। ਲੁਧਿਆਣਾ ਦੇ ਵਿੱਚ ਉਹਨਾਂ ਦੇ ਨਾਲ ਵੀ ਕਾਫੀ ਲੱਖਾਂ ਦੀ ਤਾਦਾਦ ਦੇ ਵਿੱਚ ਕੱਲ ਪ੍ਰੋਟੈਸਟ ਹੋਏਗਾ ਤੇ ਪੂਰੇ ਪੰਜਾਬ ਦੇ ਵਿੱਚ ਇਹਦਾ ਪ੍ਰੋਟੈਸਟ ਕੀਤਾ ਜਾਏਗਾ ਕਿ ਇਹ ਬਿੱਲ ਨਾ ਪਾਸ ਹੋ। ਹੋਰ ਕੀ ਕਹਿਣਾ ਹੈ ਪ੍ਰਦਰਸ਼ਨਕਾਰੀਆਂ ਦਾ, ਆਓ ਦੇਖਦੇ ਹਾਂ। ਮੇਰਾ ਨਾਮ ਅਬਦੁਲ ਨੂਰ ਹੈ, ਮੈਂ ਪ੍ਰੈਜ਼ੀਡੈਂਟ ਹਾਂ ਪੰਜਾਬ ਪ੍ਰਧਾਨ ਮਜਲਿਸ ਅਹਿਰਾਰ ਇਸਲਾਮੀ ਹਿੰਦ। ਅੱਜ ਦਾ ਜਿਹੜਾ ਆਪਾਂ ਪ੍ਰੋਟੈਸਟ ਕੀਤਾ ਹੈ ਸੈਂਟਰ ਗਵਰਨਮੈਂਟ ਵੱਲੋਂ ਜਿਹੜਾ CAB ਬਿੱਲ ਜਿਹੜਾ ਰਾਜ ਸਭਾ ਦੇ ਵਿੱਚ ਪਾਸ ਕੀਤਾ ਗਿਆ ਹੋਇਆ ਹੈ, ਆਪਾਂ ਇਹਦੇ ਖਿਲਾਫ ਆਪਾਂ ਪ੍ਰੋਟੈਸਟ ਕੀਤਾ ਤੇ ਆਪਾਂ ਚਾਹ ਰਹੇ ਕਿ ਰਾਸ਼ਟਰਪਤੀ ਇਸ ਬਿੱਲ ਨੂੰ ਰਿਜੈਕਟ ਕਰੇ, ਕਿਉਂਕਿ ਇਹ ਬਿੱਲ ਪੂਰੀ ਤਰ੍ਹਾਂ ਨਾਲ ਫਿਰਕਾ ਪ੍ਰਸਤੀ ਦੇ ਉੱਪਰ ਬਣਾਇਆ ਗਿਆ, ਮਜ਼ਹਬ ਨੂੰ ਆਧਾਰ ਲੈ ਕੇ ਬਿੱਲ ਬਣਾਇਆ ਗਿਆ। ਬਿਲਕੁਲ ਖੁੱਲੇ ਤੌਰ ਤੇ ਸੰਵਿਧਾਨ ਦੀ ਉਲੰਘਣਾ ਹੈ। ਸੰਵਿਧਾਨ ਸਾਡਾ ਕਹਿੰਦਾ ਕਿ ਹਿੰਦੁਸਤਾਨ ਇੱਕ ਸੈਕੂਲਰ ਮੁਲਕ ਹੈ, ਲੇਕਿਨ ਇਹ ਬਿੱਲ ਸੰਵਿਧਾਨ ਦੇ ਉਲਟ ਬਣਾਇਆ ਗਿਆ, ਬਿਲਕੁਲ ਸੰਵਿਧਾਨ ਨੂੰ ਛੱਡ ਕੇ ਬਣਾਇਆ ਗਿਆ। ਗੋਲਵਾਰਕਰ ਦੀ ਤੇ ਸਾਵਰਕਰ ਦੀ ਨੀਤੀਆਂ ਨੂੰ ਲੈ ਕੇ ਬਿੱਲ ਬਣਾਇਆ ਗਿਆ ਤੇ ਆਪਾਂ ਇਹ ਬਿੱਲ ਨੂੰ ਰਿਜੈਕਟ ਕਰਨੇ ਆ। ਸਿਰਫ ਆਪਾਂ ਹੀ ਨਹੀਂ, ਹਿੰਦੁਸਤਾਨ ਦਾ 1 ਅਰਬ ਤੋਂ ਜ਼ਿਆਦਾ ਤੋਂ ਵੀ ਉੱਪਰ ਦਾ ਜਿਹੜਾ ਆਵਾਮ ਹੈ ਉਹ ਇਸ ਬਿੱਲ ਨੂੰ ਰਿਜੈਕਟ ਕਰਦਾ ਹੈ ਤੇ ਮੋਦੀ ਸਰਕਾਰ ਦੀ ਨੀਤੀਆਂ ਜਿਹੜੀਆਂ ਕਿ ਜਿਹੜੀ ਬਿਲਕੁਲ ਹੀ ਦੇਸ਼ ਦੇ ਉਲਟ ਨੇ, ਆਪਾਂ ਇਹਦਾ ਮੁਖਾਲਫਤ ਕਰਨੇ, ਵਿਰੋਧ ਕਰਨੇ ਆ ਤੇ ਆਪਾਂ ਚਾਹੁੰਦੇ ਕਿ ਮੁਲਕ ਦੇ ਵਿੱਚ ਸ਼ਾਂਤੀ ਬਣੀ ਰਹੇ ਤੇ ਸਾਰੇ ਹੀ ਜਿਹੜੇ ਸੈਕੂਲਰ ਆਵਾਮ ਹੈ ਹਿੰਦੁਸਤਾਨ ਦੇ ਉਹਨਾਂ ਨੂੰ ਚਾਹੀਦਾ ਕਿ ਇਸ ਬਿੱਲ ਦਾ ਵਿਰੋਧ ਕਰਨ ਤੇ ਸੈਂਟਰ ਗਵਰਨਮੈਂਟ ਦੇ ਖਿਲਾਫ ਖੜੇ ਹੋਣ। ਆਪਾਂ ਇਹਦੇ ਨਾਲ ਆਪਾਂ ਪੰਜਾਬ ਦੇ ਮੁੱਖ ਮੰਤਰੀ ਜਨਾਬ ਕੈਪਟਨ ਅਮਰਿੰਦਰ ਸਿੰਘ ਜੀ ਦਾ ਬਹੁਤ ਧੰਨਵਾਦ ਕਰਨੇ ਆ। ਕੈਪਟਨ ਸਾਹਿਬ ਨੇ ਮਾਈਨੋਰਟੀ ਦਾ, ਅਲਪਸੰਖਿਅਕ ਦਾ ਦਿਲ ਜਿੱਤਿਆ। ਕੈਪਟਨ ਸਾਹਿਬ ਨੇ ਇਹ ਬਿੱਲ ਨੂੰ ਦੇ ਬਾਰੇ ਟਵੀਟ ਕੀਤਾ ਕਿ ਆਪਾਂ ਇਹਨੂੰ ਨਹੀਂ ਮੰਨਾਂਗੇ, ਪੰਜਾਬ ਦੇ ਵਿੱਚ ਲਾਗੂ ਨਹੀਂ ਕਰਾਂਗੇ। ਆਪਾਂ ਕੈਪਟਨ ਸਾਹਿਬ ਦਾ ਬਹੁਤ ਧੰਨਵਾਦ ਕਰਨੇ ਆ, ਕਿਉਂਕਿ ਕੈਪਟਨ ਸਾਹਿਬ ਨੇ ਮਾਈਨੋਰਟੀ ਦੀ ਮੁਸ਼ਕਿਲਾਂ ਨੂੰ, ਉਹਨਾਂ ਦੀ ਸਮੱਸਿਆ ਨੂੰ ਸਮਝਿਆ ਤੇ ਇਸ ਬਿੱਲ ਦੇ ਬਾਰੇ ਟਵੀਟ ਕੀਤਾ। ਥੈਂਕ ਯੂ ਕੈਪਟਨ ਸਾਹਿਬ। SGPC ਅਧੀਨ ਆਉਂਦੇ ਗੁਰਦੁਆਰਾ ਸਾਹਿਬ ਦੀ 88 ਕਨਾਲ 15 ਮਰਲੇ ਜਗ੍ਹਾ ਤੇ ਬਾਬਾ ਦਰਸ਼ਨ ਸਿੰਘ ਕਾਰ ਸੇਵਾ ਵਾਲਿਆਂ ਦਾ ਨਜਾਇਜ਼ ਕਬਜ਼ਾ ਸੀ। ਹਾਈ ਕੋਰਟ ਤੋਂ ਕੇਸ ਜਿੱਤਣ ਤੋਂ ਬਾਅਦ ਕਬਜ਼ਾ ਲੈਣ ਲਈ SGPC ਵੱਲੋਂ ਜ਼ਿਲ੍ਹਾ ਪ੍ਰਸ਼ਾਸਨ ਤੋਂ ਮਦਦ ਮੰਗੀ ਗਈ ਸੀ, ਪਰ ਪੁਲਿਸ ਦੀ ਲੰਮੀ ਉਡੀਕ ਤੋਂ ਬਾਅਦ SGPC ਨੇ ਖੁਦ ਹੀ ਸੰਗਤ ਦੇ ਸਹਿਯੋਗ ਨਾਲ ਕਬਜ਼ਾ ਛੁਡਵਾਇਆ। ਦੇਖੋ ਕੀ ਹੈ ਪੂਰੀ ਖਬਰ। ਸਿੱਖ ਸੰਗਤ ਦੇ ਹੱਥਾਂ 'ਚ ਡਾਂਗਾਂ ਸੋਟੀਆਂ, ਮੋਢਿਆਂ ਤੇ ਬੰਦੂਕ। SGPC ਵੱਲੋਂ ਸੰਗਤ ਦੇ ਸਹਿਯੋਗ ਨਾਲ ਲਿਆ ਗਿਆ ਜ਼ਮੀਨ ਦਾ ਕਬਜ਼ਾ ਤੇ ਇਹ ਸਭ ਕਰਨ ਲਈ ਸੰਗਤ ਨੂੰ ਕੀਤਾ ਗਿਆ ਮਜਬੂਰ। ਪੁਲਿਸ ਦੀ ਵੀ ਢਿੱਲੀ ਕਾਰਗੁਜ਼ਾਰੀ ਬਣੀ ਕਾਰਨ। ਪਹਿਲਾਂ ਦੇਖੋ ਕੁਝ ਤਸਵੀਰਾਂ, ਫਿਰ ਸਾਂਝਾ ਕਰਦੇ ਹਾਂ ਮਾਮਲਾ। SGPC ਦੇ ਅਧੀਨ ਆਉਂਦੇ ਇਤਿਹਾਸਿਕ ਗੁਰਦੁਆਰਾ ਬੀੜ ਬਾਬਾ ਬੁੱਢਾ ਸਾਹਿਬ ਠੱਠਾ ਝਵਾਲ ਦੀ 88 ਕਨਾਲ 15 ਮਰਲੇ ਜਗ੍ਹਾ, ਜਿਸ ਉੱਪਰ ਲੰਮੇ ਸਮੇਂ ਤੋਂ ਬਾਬਾ ਦਰਸ਼ਨ ਸਿੰਘ ਕਾਰ ਸੇਵਾ ਵਾਲਿਆਂ ਦਾ ਨਜਾਇਜ਼ ਕਬਜ਼ਾ ਸੀ।
ਜਾਣਕਾਰੀ ਮੁਤਾਬਕ ਐਸਜੀਪੀਸੀ ਇਸ ਦਾ ਕੇਸ ਹੇਠਲੇ ਕ੍ਰਮ ਦੀ ਅਦਾਲਤ ਤੋਂ ਲੈ ਕੇ ਹਾਈ ਕੋਰਟ ਤੱਕ ਵੀ ਜਿੱਤ ਚੁੱਕੀ ਹੈ। ਹਾਲਾਂਕਿ ਸੁਪਰੀਮ ਕੋਰਟ ਵੱਲੋਂ ਕੇਸ ਡਿਸਮਿਸ ਕਰ ਦਿੱਤਾ ਗਿਆ ਸੀ, ਜਿਸ ਦੇ ਚੱਲਦਿਆਂ ਬੀਤੇ ਕੱਲ ਇਸ ਜਗ੍ਹਾ ਦਾ ਕਬਜ਼ਾ ਲੈਣ ਲਈ ਐਸਜੀਪੀਸੀ ਵੱਲੋਂ ਜ਼ਿਲ੍ਹਾ ਪ੍ਰਸ਼ਾਸਨ ਅਤੇ ਪੁਲਿਸ ਤੋਂ ਮਦਦ ਮੰਗੀ ਗਈ ਸੀ, ਜਿਸ ਕਾਰਨ ਪੁਲਿਸ ਵੱਲੋਂ ਦੁਪਹਿਰ 1 ਵਜੇ ਤੱਕ ਫੋਰਸ ਭੇਜਣ ਦਾ ਵਾਅਦਾ ਤਾਂ ਕੀਤਾ ਗਿਆ, ਪਰ ਕੈਪਟਨ ਸਰਕਾਰ ਵਾਂਗ ਉਹਨਾਂ ਦਾ ਦਾਅਵਾ ਵੀ ਝੂਠਾ ਹੀ ਨਿਕਲਿਆ, ਜਿਸ ਦੇ ਚੱਲਦਿਆਂ ਸੰਗਤ ਨੇ 3 ਵਜੇ ਤੱਕ ਪੁਲਿਸ ਦੀ ਉਡੀਕ ਤੋਂ ਬਾਅਦ ਆਖਿਰਕਾਰ ਖੁਦ ਹੀ ਹਥਿਆਰ ਚੱਕ ਲਏ, ਜਿਸ ਦੇ ਚੱਲਦਿਆਂ ਸੰਗਤ ਵੱਲੋਂ ਖੁਦ ਹੀ ਟਰੈਕਟਰ ਲੈ ਕਬਜ਼ੇ ਵਾਲੀ ਜ਼ਮੀਨ ਤੇ ਕਣਕ ਦੀ ਬਿਜਾਈ ਕੀਤੀ ਗਈ। ਇਸ ਬਾਬਤ ਐਸਜੀਪੀਸੀ ਮੈਂਬਰ ਖੁਸ਼ਬਿੰਦਰ ਸਿੰਘ ਭਾਟੀਆ ਦਾ ਕੀ ਕਹਿਣਾ, ਦੇਖੋ। ਉਹ ਇਹ ਜਗ੍ਹਾ ਤੇ ਬਾਬਾ ਦਰਸ਼ਨ ਸਿੰਘ ਦਾ ਪਰਿਵਾਰ ਨਜਾਇਜ਼ ਕਾਬਜ਼ ਸੀ, ਕਿਉਂਕਿ ਇਹ ਜਗ੍ਹਾ ਸੰਗਤਾਂ ਦੀ ਤੇ ਬਾਬਾ ਬੁੱਢਾ ਸਾਹਿਬ ਦੀ ਹੈ ਤੇ ਨਜਾਇਜ਼ ਕਾਬਜ਼ ਹੋਣ ਕਰਕੇ ਸੁਪਰੀਮ ਕੋਰਟ ਤੱਕ ਇਹ ਜਿਹੜਾ ਕੇਸ ਆ ਉਹ ਬਾਬਾ ਬੁੱਢਾ ਸਾਹਿਬ ਜੀ ਦੇ ਹੱਕ ਵਿੱਚ ਹੋਇਆ। ਪੁਲਿਸ ਪ੍ਰਸ਼ਾਸਨ ਨੇ ਲੋਕਲ ਸਿਆਸੀ ਲੀਡਰਾਂ ਦੇ ਦਬਾਅ ਹੇਠ ਆਣ ਕੇ ਕਿਸੇ ਕਿਸਮ ਦਾ ਕਾਨੂੰਨੀ ਤੌਰ ਤੇ ਸਾਥ ਨਹੀਂ ਦਿੱਤਾ। ਮੈਂ ਤਾਂ ਕਹੂੰਗਾ ਕਾਨੂੰਨ ਦਾ ਬਿਲਕੁਲ ਸਾਥ ਨਹੀਂ ਦਿੱਤਾ, ਤੇ ਜੋ ਕਿ ਸੰਗਤਾਂ ਨੇ ਅੱਜ ਆਪਣੇ ਜਜ਼ਬਾਤਾਂ ਨੂੰ ਨਾ ਸਾਂਭਦੇ ਹੋਏ, ਕਿਉਂਕਿ ਇਹ ਜਗ੍ਹਾ ਗੁਰਦੁਆਰਾ ਸਾਹਿਬ ਦੀ ਹੈ ਤੇ ਸੰਗਤਾਂ ਨੇ ਆਪ ਅੱਗੇ ਹੋ ਕੇ ਨਾਲ ਸਹਿਯੋਗ ਕਰਕੇ ਉਸ ਜਗ੍ਹਾ ਦਾ ਸਾਰਾ ਕਬਜ਼ਾ ਲੈ ਲਿਆ। ਅਸੀਂ ਫੇਰ ਇੱਕ ਵਾਰ ਪੁਲਿਸ ਪ੍ਰਸ਼ਾਸਨ ਨੂੰ ਬੇਨਤੀ ਕਰਦੇ ਹਾਂ ਕਿ ਜੋ ਹੁਣ ਉਹ ਬਾਬਾ ਬੁੱਢਾ ਸਾਹਿਬ ਜੀ ਦੀ ਕਿਰਪਾ ਨਾਲ ਸਹੀ ਕੰਮ ਹੋ ਗਿਆ ਤੇ ਇਸ ਨੂੰ ਹੁਣ ਖਰਾਬ ਨਾ ਕੀਤਾ ਜਾਵੇ। ਜੇ ਕੋਈ ਖਰਾਬੀ ਹੋਈ ਤੇ ਉਹਦਾ ਜ਼ਿੰਮੇਵਾਰ ਪੁਲਿਸ ਪ੍ਰਸ਼ਾਸਨ ਤੇ ਲੋਕਲ ਲੀਡਰਸ਼ਿਪ ਹੋਵੇਗੀ। ਉਧਰ ਐਸਜੀਪੀਸੀ ਦੀ ਧਰਮ ਪ੍ਰਚਾਰ ਕਮੇਟੀ ਦੇ ਜਨਰਲ ਸਕੱਤਰ ਸੁਖਦੇਵ ਸਿੰਘ ਨੇ ਵੀ ਜ਼ਿਲ੍ਹਾ ਪ੍ਰਸ਼ਾਸਨ ਅਤੇ ਮੌਕੇ ਦੀ ਸਰਕਾਰ ਨੂੰ ਚੇਤਾਵਨੀ ਦਿੱਤੀ ਹੈ। ਸਾਹਿਬ ਜੀ ਦੀ ਜ਼ਮੀਨ 88 ਕਨਾਲ 15 ਮਰਲੇ ਦਾ ਬਾਬਾ ਦਰਸ਼ਨ ਸਿੰਘ ਤੇ ਉਹਨਾਂ ਦਾ ਪਰਿਵਾਰ ਬੜੇ ਲੰਮੇ ਸਮੇਂ ਤੋਂ ਨਜਾਇਜ਼ ਕਾਬਜ਼ ਸੀ। ਉਹਨਾਂ ਤੋਂ ਛਡਾਉਣ ਵਾਸਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮੇਜਰ ਬੀੜ ਬਾਬਾ ਬੁੱਢਾ ਸਾਹਿਬ ਤੇ ਸੰਗਤਾਂ ਨੇ ਕੇਸ ਕੀਤਾ ਸੀ। ਉਹ ਕੇਸ ਲੋਅਰ ਕੋਰਟ ਤੋਂ ਲੈ ਕੇ ਮਾਨਯੋਗ ਸੁਪਰੀਮ ਕੋਰਟ ਤੱਕ ਉਹ ਬਾਬਾ ਬੁੱਢਾ ਸਾਹਿਬ ਜੀ ਦੇ ਹੱਕ 'ਚ ਹੋ ਗਿਆ। ਉਸ ਤੋਂ ਬਾਅਦ ਇਜਰਾ ਪਾ ਕੇ ਪੋਜੈਸ਼ਨ ਵਾਰੰਟ ਸਾਨੂੰ ਜਾਰੀ ਹੋਏ। ਪਹਿਲੇ ਵਾਰੰਟ ਜਿਹੜੇ ਜਾਰੀ ਹੋਏ ਨੇ 2 ਵਾਰ ਪੋਜੈਸ਼ਨ ਵਾਰੰਟ ਸਾਨੂੰ ਹੋਏ ਨੇ ਜਾਰੀ ਜੀ ਸਤੰਬਰ ਮਹੀਨੇ 'ਚ। ਉਸ ਤੋਂ ਬਾਅਦ ਮਾਨਯੋਗ ਅਦਾਲਤ ਨੇ ਸਾਨੂੰ 15 ਨਵੰਬਰ ਤੱਕ ਕਬਜ਼ਾ ਦਿਵਾਉਣ ਦੇ ਵਾਰੰਟ ਜਾਰੀ ਕੀਤੇ। ਫਿਰ 15 ਨਵੰਬਰ ਤੋਂ ਬਾਅਦ 2 ਦਸੰਬਰ ਤੱਕ, 2 ਦਸੰਬਰ ਤੋਂ ਬਾਅਦ 16 ਦਸੰਬਰ ਤੱਕ ਇਸ ਜਗ੍ਹਾ ਦਾ ਕਬਜ਼ਾ ਗੁਰਦੁਆਰਾ ਸਾਹਿਬ ਨੂੰ ਦਿਵਾਉਣ ਲਈ ਮਾਨਯੋਗ ਅਦਾਲਤ ਨੇ ਪੋਜੈਸ਼ਨ ਵਾਰੰਟ ਜਾਰੀ ਕੀਤੇ ਸੀ ਤੇ ਸਮੇਂ-ਸਮੇਂ ਉਹਨਾਂ ਨੇ ਨਾਲ ਪੁਲਿਸ ਪ੍ਰੋਟੈਕਸ਼ਨ ਪੁਲਿਸ ਨੂੰ ਵੀ ਹਦਾਇਤ ਕੀਤੀ ਆ ਮਾਨਯੋਗ ਅਦਾਲਤ ਨੇ ਤੇ ਮਾਲ ਵਿਭਾਗ ਨੂੰ ਵੀ। ਮਾਲ ਵਿਭਾਗ ਵੱਲੋਂ ਵਾਰ-ਵਾਰ ਟਾਈਮ ਦੇ ਕੇ ਪੁਲਿਸ ਨੂੰ ਲਿਖ ਕੇ ਵੀ ਇੰਨੀ ਤਰੀਕ ਨੂੰ ਸਾਨੂੰ ਪੁਲਿਸ ਇਮਦਾਦ ਦਿੱਤੀ ਜਾਵੇ। 4 ਵਾਰ ਪੁਲਿਸ ਇਮਦਾਦ ਮੰਗਣ ਦੇ ਬਾਵਜੂਦ ਵੀ ਲੋਕਲ ਜਿਹੜੀ ਸਰਕਾਰੀ ਜਿਹੜੇ ਮੈਂ ਤਾਂ ਸਮਝਦਾ ਵੀ ਸਿਆਸੀ ਲੋਕਾਂ ਦੇ ਦਬਾਅ ਥੱਲੇ ਆ ਕੇ ਪੁਲਿਸ ਨੇ 4 ਵਾਰ ਸਾਨੂੰ ਟਾਈਮ ਦੇ ਕੇ ਤੇ 4 ਵਾਰ ਹੀ ਸਾਨੂੰ ਮੌਕੇ ਤੇ ਆ ਕੇ ਜਵਾਬ ਦੇ ਦਿੱਤਾ। ਉਹ ਜਵਾਬ ਦੇਣ ਤੋਂ ਬਾਅਦ ਅੱਜ ਦਾ ਟਾਈਮ ਦਿੱਤਾ ਸੀ ਸਾਨੂੰ ਪੁਲਿਸ ਪ੍ਰਸ਼ਾਸਨ ਨੇ 1 ਵਜੇ ਦਾ, ਜਦੋਂ 3 ਵਜੇ ਤੱਕ ਪੁਲਿਸ ਪ੍ਰਸ਼ਾਸਨ ਨੇ ਸਾਨੂੰ ਜਵਾਬ ਦੇ ਦਿੱਤਾ ਤੇ ਇੱਥੋਂ ਸੰਗਤਾਂ ਨੇ ਅੱਗੇ ਲਾ ਕੇ ਉਹ ਜਿਹੜੀ ਜ਼ਮੀਨ ਸੀ 88 ਕਨਾਲ 15 ਮਰਲੇ ਉਹਦਾ ਕਬਜ਼ਾ ਆਪ ਲੈ ਲਿਆ। ਉਹਦੇ ਵਿੱਚ ਜਿਹੜੇ ਕੁਝ ਹੋਰ ਕਾਬਜ਼ ਸਨ ਜਿਨ੍ਹਾਂ ਨੂੰ ਬਾਬੇ ਨੇ ਜ਼ਮੀਨ ਦਿੱਤੀ ਸੀ ਉਹਨਾਂ ਨੇ ਸਾਨੂੰ ਆਪਣੇ ਆਪ ਲਿਖ ਕੇ ਦੇ ਦਿੱਤਾ ਵੀ ਅਸੀਂ ਉਹਦਾ ਕਬਜ਼ਾ ਛੱਡਿਆ। ਬਾਕੀ ਜ਼ਮੀਨ ਸਾਰੀ ਵਾਹ ਕੇ ਉਹਦੇ 'ਚ ਅਸੀਂ ਅੱਜ ਕਣਕ ਬੀਜ ਦਿੱਤੀ ਆ। ਜਿਹੜੀ ਖਾਲੀ ਜ਼ਮੀਨ ਪਈ ਸੀ ਉਹਦੇ 'ਚ ਕਣਕ ਬੀਜ ਦਿੱਤੀ ਗਈ ਆ। ਇਹ ਜ਼ਮੀਨ ਤੇ ਹੁਣ ਬਾਬਾ ਬੁੱਢਾ ਸਾਹਿਬ ਦਾ ਜਿਹੜਾ ਹੈ ਉਹ ਬਿਲਕੁਲ ਨਰੋਲ ਪ੍ਰਬੰਧ ਤੇ ਕਬਜ਼ਾ ਹੋ ਗਿਆ। ਅੱਜ ਤੋਂ ਬਾਅਦ ਜੇ ਕਿਸੇ ਵੀ ਬੰਦੇ ਨੇ ਇਸ ਜਗ੍ਹਾ ਵਿੱਚ ਆ ਕੇ ਕੋਈ ਛੇੜਛਾੜ ਕਰਨ ਦੀ ਕੋਸ਼ਿਸ਼ ਕੀਤੀ ਤੇ ਉਹਦੇ ਵਿੱਚ ਜੇ ਕੋਈ ਝਗੜਾ ਹੋ ਕੇ ਨੁਕਸਾਨ ਹੁੰਦਾ ਉਹਦੇ ਲਈ ਲੋਕਲ ਪੁਲਿਸ ਪ੍ਰਸ਼ਾਸਨ ਤੇ ਇੱਥੋਂ ਦੇ ਜਿਹੜੇ ਸਿਆਸੀ ਆਗੂ ਨੇ ਮੌਜੂਦਾ ਸਰਕਾਰ ਦੇ ਸਿਆਸੀ ਆਗੂ ਉਹ ਜ਼ਿੰਮੇਵਾਰ ਹੋਣਗੇ, ਕਿਉਂਕਿ ਅਸੀਂ ਸਮਝਾਂਗੇ ਵੀ ਜੇ ਕੋਈ ਛੇੜਖਾਨੀ ਕਰਦਾ ਤੇ ਪੁਲਿਸ ਪ੍ਰਸ਼ਾਸਨ ਦੀ ਮਰਜ਼ੀ ਤੇ ਇੱਥੋਂ ਦੇ ਲੋਕਲ ਐਮਐਲਏ ਤੇ ਹੋਰ ਜਿਹੜੇ ਸਿਆਸੀ ਆਗੂ ਨੇ ਉਹਨਾਂ ਦੀ ਮਰਜ਼ੀ ਤੋਂ ਬਗੈਰ ਇੱਥੇ ਵੜ ਨਹੀਂ ਸਕਦਾ। ਸਾਡੀ ਇਹ ਅਪੀਲ ਆ ਕਿ ਇਹ ਜਿਹੜੀ ਆ ਸੰਗਤਾਂ ਨੇ ਗੁਰਦੁਆਰਾ ਸਾਹਿਬ ਦੀ ਜ਼ਮੀਨ ਦਾ ਕਬਜ਼ਾ ਲੈ ਲਿਆ, ਗੁਰਦੁਆਰਾ ਸਾਹਿਬ ਤੇ ਕਾਬਜ਼ ਹੈ ਤੇ ਉਹ ਵਹੀ ਕਰੇਗਾ। ਕੋਈ ਵੀ ਕਿਸੇ ਕਿਸਮ ਦਾ ਇੱਥੇ ਕੋਈ ਆਇਆ ਝਗੜਾ ਆਇਆ ਤੇ ਉਹਦੇ ਲਈ ਪ੍ਰਸ਼ਾਸਨ ਜ਼ਿੰਮੇਵਾਰ ਹੋਵੇ। ਬਠਿੰਡਾ ਪੁਲਿਸ ਵੱਲੋਂ ਕੈਦੀ ਭਗਵਾਨ ਸਿੰਘ ਗੱਗੀ ਨੂੰ ਮੂਨਕ ਕੋਰਟ 'ਚ ਪੇਸ਼ੀ ਤੇ ਲਿਆਂਦਾ ਗਿਆ ਸੀ, ਜਿਸ ਤੋਂ ਬਾਅਦ ਕੈਦੀ ਉਲਟੀ ਦਾ ਬਹਾਨਾ ਲਾ ਕੇ ਗੱਡੀ ਤੋਂ ਬਾਹਰ ਨਿਕਲਿਆ ਤੇ ਉੱਥੇ ਮੌਜੂਦ ਆਪਣੇ ਸਾਥੀਆਂ ਨਾਲ ਫਰਾਰ ਹੋ ਗਿਆ। ਜਦੋਂ ਪੁਲਿਸ ਵੱਲੋਂ ਉਸ ਨੂੰ ਫੜਨ ਦੀ ਕੋਸ਼ਿਸ਼ ਕੀਤੀ ਗਈ ਤਾਂ ਨੌਜਵਾਨ ਨੇ ਗੋਲੀਬਾਰੀ ਕੀਤੀ, ਜਿਸ ਦੇ ਵਿੱਚ ਇੱਕ ਮੁਲਾਜ਼ਮ ਗੰਭੀਰ ਜ਼ਖਮੀ ਹੋਇਆ। ਦੇਖੋ ਕੀ ਹੈ ਪੂਰਾ ਮਾਮਲਾ।
ਕੈਪਟਨ ਰਾਜ 'ਚ ਪੰਜਾਬ ਪੁਲਿਸ ਲਗਾਤਾਰ ਸਵਾਲਾਂ ਦੇ ਘੇਰੇ 'ਚ ਜਕੜੀ ਹੋਈ ਆ, ਜਿੱਥੇ ਨਸ਼ਾ ਰਿਸ਼ਵਤਖੋਰੀ ਵਰਗੇ ਅਨੇਕਾਂ ਦਾਗ ਪਹਿਲਾਂ ਹੀ ਖਾਕੀ ਦਾ ਕਲੰਕ ਬਣ ਚੁੱਕੇ ਨੇ, ਉੱਥੇ ਹੀ ਹੁਣ ਪੰਜਾਬ ਪੁਲਿਸ ਦੀ ਸੁਰੱਖਿਆ ਤੇ ਵੀ ਕਈ ਵੱਡੇ ਸਵਾਲ ਖੜੇ ਹੋ ਰਹੇ ਨੇ, ਕਿਉਂਕਿ ਸ਼ਰੇਆਮ ਪੁਲਿਸ ਦੀ ਗ੍ਰਿਫਤ 'ਚੋਂ ਕੈਦੀ ਫਰਾਰ ਹੋ ਜਾਂਦਾ ਤੇ ਪੁਲਿਸ ਉੱਤੇ ਗੋਲੀਬਾਰੀ ਵੀ ਕੀਤੀ ਜਾਂਦੀ ਆ, ਪਰ ਪੁਲਿਸ ਕੁਝ ਵੀ ਕਰਨ ਜਾਂ ਦੋਸ਼ੀ ਨੂੰ ਦਬੋਚਣ 'ਚ ਪੂਰੀ ਤਰ੍ਹਾਂ ਨਾਕਾਮ ਰਹਿੰਦੀ ਆ। ਜੀ ਹਾਂ, ਮਾਮਲਾ ਸੰਗਰੂਰ ਦੇ ਮੂਨਕ ਦਾ, ਜਿੱਥੇ ਪੁਲਿਸ ਦੀ ਵੱਡੀ ਨਾਕਾਮੀ ਜਾਂ ਲਾਪਰਵਾਹੀ ਦਾ ਖਤਰਨਾਕ ਅੰਜਾਮ ਸਾਹਮਣੇ ਆਇਆ। ਪਹਿਲਾਂ ਦੇਖੋ ਕੁਝ ਤਸਵੀਰਾਂ। ਇਹ ਜੋ ਤਸਵੀਰਾਂ ਤੁਸੀਂ ਆਪਣੀ ਸਕਰੀਨ ਤੇ ਦੇਖ ਰਹੇ ਹੋ, ਇਹ ਕੈਦੀ ਨੌਜਵਾਨ ਭਗਵਾਨ ਸਿੰਘ ਗੱਗੀ ਦੀਆਂ ਨੇ, ਜਿਸ ਦੀ ਉਮਰ ਤਕਰੀਬਨ 23 ਸਾਲ ਦੱਸੀ ਜਾ ਰਹੀ ਹੈ। ਜਾਣਕਾਰੀ ਮੁਤਾਬਕ ਬਠਿੰਡਾ ਪੁਲਿਸ ਕੈਦੀ ਗੱਗੀ ਨੂੰ ਮੂਨਕ ਕੋਰਟ 'ਚ ਪੇਸ਼ੀ ਤੇ ਹਾਜ਼ਰ ਕਰਨ ਲੈ ਕੇ ਆਈ ਸੀ, ਪਰ ਪੇਸ਼ੀ ਦੀ ਤਾਰੀਖ ਭੁਗਤਣ ਤੋਂ ਬਾਅਦ ਜਦੋਂ ਵਾਪਸ ਜਾਣ ਲੱਗੇ ਤਾਂ ਕੈਦੀ ਨੇ ਉਲਟੀ ਆਉਣ ਦਾ ਬਹਾਨਾ ਕੀਤਾ ਤੇ ਜਦੋਂ ਗੱਡੀ 'ਚੋਂ ਬਾਹਰ ਨਿਕਲਿਆ ਤਾਂ ਇੱਕ ਗੱਡੀ 'ਚ ਸਵਾਰ ਹੋ 7-8 ਨੌਜਵਾਨ ਆਏ, ਜੋ ਕੈਦੀ ਗੱਗੀ ਦੇ ਸਾਥੀ ਦੱਸੇ ਜਾ ਰਹੇ ਨੇ। ਕੈਦੀ ਵੀ ਪੁਲਿਸ ਤੋਂ ਛਡਵਾ ਕੇ ਉਹਨਾਂ ਵੱਲ ਭੱਜਦਾ ਤੇ ਜਦੋਂ ਪੁਲਿਸ ਉਸ ਨੂੰ ਫੜਨ ਦੀ ਕੋਸ਼ਿਸ਼ ਕਰਦੀ ਆ ਤਾਂ ਗੱਡੀ 'ਚ ਸਵਾਰ ਇੱਕ ਨੌਜਵਾਨ ਗੋਲੀ ਚਲਾਉਂਦਾ, ਜੋ ਸਿੱਧਾ ਇੱਕ ਪੁਲਿਸ ਅਧਿਕਾਰੀ ਦੀ ਲੱਤ 'ਚ ਲੱਗੀ, ਜਿਸ ਤੋਂ ਬਾਅਦ ਕੈਦੀ ਆਪਣੇ ਸਾਥੀਆਂ ਨਾਲ ਭੱਜਣ 'ਚ ਕਾਮਯਾਬ ਹੋ ਜਾਂਦਾ ਤੇ ਪੀੜਤ ਅਧਿਕਾਰੀ ਨੂੰ ਡਾਕਟਰ ਕੋਲ ਲਿਜਾਇਆ ਜਾਂਦਾ, ਜਿੱਥੋਂ ਉਸ ਨੂੰ ਬਠਿੰਡਾ ਰੈਫਰ ਕਰ ਦਿੱਤਾ ਗਿਆ। ਪਹਿਲਾਂ ਪੀੜਤ ਅਧਿਕਾਰੀ ਰਣਜੀਤ ਸਿੰਘ ਤੋਂ ਜਾਣੋ ਉਹਨਾਂ ਦਾ ਪੱਖ। ਪੇਚੀ ਪਵਾ ਕੇ ਅਸੀਂ ਵਾਪਸ ਆ ਰਹੇ ਸੀ, ਗੇਟ ਤੇ ਆਏ ਸੀ, ਕਹਿੰਦਾ ਮੈਨੂੰ ਉਲਟੀ ਆਉਂਦੀ ਹੈ। ਉਲਟੀ ਆ ਗਏ, ਤਾਕੀ ਖੋਲੀ, ਹੁਣੇ ਬਾਹਰ ਬੰਦੇ ਖੜੇ ਸੀ ਗੇਟ ਤੇ, ਬਰੀਜਾ ਗੱਡੀ ਤੇ। ਉਹ ਭੱਜ ਗਿਆ, ਉੱਤਰ ਕੇ ਭੱਜ ਗਿਆ। ਜਦੋਂ ਮੈਂ ਮਗਰ ਭੱਜਣ ਲੱਗਿਆ, ਮੇਰੇ ਫੈਰ ਪੱਟ ਤੇ ਫੈਰ ਮਾਰਿਆ ਉਹਨੇ। ਤੇ ਸਰ ਕਿੰਨੇ ਬੰਦੇ ਸੀ ਜਿਹੜੇ ਛੁਡਾ ਕੇ ਲੈ ਗਏ ਸੀ? 8-10-12 ਬੰਦੇ ਸੀਗੇ ਜੀ। ਤੇ ਸਰ ਕਿੱਥੋਂ ਲੈ ਗਏ ਸੀ ਇਹਨੂੰ ਤੁਸੀਂ ਪੇਸ਼ ਕਰਨ? ਅਸੀਂ ਬਠਿੰਡੇ ਤੋਂ ਪੇਸ਼ ਕਰ ਲਏ ਸੀਗੇ। ਸਰ ਕੀ ਨਾਮ ਹੈ ਇਹਦਾ ਜੀ? ਉਸ ਚੀਜ਼ ਦੇ ਬਾਰੇ ਥਾਣੇਦਾਰ ਸਾਹਿਬ ਨੂੰ ਪਤਾ ਜੀ, ਵਾਰੰਟ ਤੇ ਲਿਖਿਆ ਹੋਇਆ ਨਾਂ ਕੀ ਜੀ, ਪਤਾ ਨਹੀਂ ਜੀ। ਲੈ ਕੇ ਭੱਜ ਗਏ ਜੀ ਉਹ। ਮੈਂ ਆ ਕੇ ਦਾਖਲ ਹੋਇਆ ਇੱਥੇ ਹਸਪਤਾਲ ਦੇ ਵਿੱਚ। ਮੇਰੇ ਪੱਟ ਦੇ ਵਿੱਚ ਫਾਇਰ ਵੱਜਿਆ ਹੋਇਆ। ਸਰ ਪੇਸ਼ ਕਰਨ ਲਈ ਕਿੰਨੇ ਜਣੇ ਲੈ ਗਏ? ਤੁਸੀਂ ਕਿੰਨੇ ਸੀ? ਅਸੀਂ 3 ਮੁਲਾਜ਼ਮ ਸੀਗੇ ਜੀ। ਇਸ ਮਾਮਲੇ ਤੇ ਡਾਕਟਰ ਦਾ ਕੀ ਕਹਿਣਾ, ਆਓ ਦੇਖਦੇ ਹਾਂ। ਉਹਨਾਂ ਦੇ ਕਹਿਣਾ ਇੱਕ ਫਰਕ ਹੋਇਆ ਸੀ, ਤਰਨਜੀਤ ਸਿੰਘ ਹੈਡ ਕਾਂਸਟੇਬਲ, ਉਹਨਾਂ ਦੇ ਮੁਤਾਬਕ ਉਹਨਾਂ ਦੇ ਕੋਰਟ 'ਚ ਪੇਸ਼ੀ ਲਈ ਆਏ ਸੀ ਕਿਸੇ ਪੇਸ਼ੈਂਟ ਨੂੰ ਲੈ ਕੇ, ਕੈਦੀ ਨੂੰ ਲੈ ਕੇ। ਉਹਨਾਂ ਮੁਤਾਬਕ ਉਹਨਾਂ ਤੇ ਅਟੈਕ ਕੀਤਾ ਗਿਆ ਗੋਲੀ ਨਾਲ ਤੇ ਸਾਡੇ ਕੋਲ ਇਹ ਵੇਲੇ ਦੇ ਆਏ ਸੀ ਪੇਸ਼ੈਂਟ ਤੇ ਅਸੀਂ ਇਹਨੂੰ ਰੈਫਰ ਕੀਤਾ। ਉਹਨਾਂ ਦੇ ਕੋਲ ਕਹਿਣ ਦੇ ਮੁਤਾਬਕ ਬਠਿੰਡੇ ਰੈਫਰ ਕੀਤਾ ਜੀ। ਤੇ ਸਰ ਕੀ ਕਿੰਨਾ ਕੁ ਇੰਜਰਡ ਸੀ ਜੀ? ਉਹਨਾਂ ਦੇ ਜ਼ਖਮ ਸੀਗੇ ਜੀ, ਗੋਲੀ ਹੋ ਸਕਦੀ ਹੈ ਉਹ, ਲੇਕਿਨ ਐਕਸਰੇ ਵਗੈਰਾ ਅਸੀਂ ਰੈਫਰ ਕਰਤਾ। ਉਧਰ ਮੂਨਕ ਪੁਲਿਸ ਅਨੁਸਾਰ ਨਾਕਾਬੰਦੀ ਕਰ ਦੋਸ਼ੀਆਂ ਨੂੰ ਦਬੋਚਣ ਦੀ ਪੂਰੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਮੇਜਰ ਸਿੰਘ ਥਾਣਾ ਮੂਨਕ। ਸਰ ਜਿਹੜਾ ਇਹ ਦੋਸ਼ੀ ਫਰਾਰ ਹੈ, ਕਿੱਦਾਂ ਫਰਾਰ ਹੋਇਆ ਜੀ? ਇਹ ਬਠਿੰਡਾ ਪੁਲਿਸ ਇਹਨੂੰ ਪੇਸ਼ੀ ਤੇ ਲੈ ਕੇ ਆਈ ਸੀਗੀ ਮੂਨਕ ਕੋਰਟ ਦੇ ਵਿੱਚ, ਤੇ ਇਸ ਦਾ ਨਾਮ ਭਗਵਾਨ ਸਿੰਘ ਲਿਸ ਗੱਗੀ ਸਨ ਜਸਵੀਰ ਸਿੰਘ ਵਾਸੀ ਲਦਾਲ। ਜਦੋਂ ਇਹਨੂੰ ਪੁਲਿਸ ਪਾਰਟੀ ਪੇਸ਼ੀ ਤੋਂ ਬਾਅਦ ਵਾਪਸ ਲਿਜਾਣ ਲੱਗੀ ਤਾਂ ਜਦੋਂ ਮੇਨ ਰੋਡ ਤੇ ਚੜ੍ਹਨ ਲੱਗੇ ਕੋਰਟ ਦੇ ਸਾਹਮਣੇ ਮੂਹਰੋਂ, ਤੇ ਉੱਥੇ ਇਹ ਦੋਸ਼ੀ ਕਹਿੰਦਾ ਵੀ ਮੈਨੂੰ ਉਲਟੀ ਆਈ, ਤੇ ਉਲਟੀ ਜਦੋਂ ਕਰਾਉਣ ਲੱਗੇ ਉਹ ਇੱਕ ਬਰੀਜਾ ਗੱਡੀ ਆਈ ਜਿਨ੍ਹਾਂ ਨੇ ਇੱਕ ਮੁਲਾਜ਼ਮ ਦੇ ਫਾਇਰ ਮਾਰਿਆ ਪੱਟ 'ਚ, ਤੇ ਉਹਨੂੰ ਨਾਲ ਲੈ ਕੇ ਫਰਾਰ ਹੋ ਗਏ। ਇਸ ਗੱਡੀ ਵਿੱਚ 5-6 ਨੌਜਵਾਨ ਸਵਾਰ ਸਨ। ਹੁਣ ਤੱਕ ਕੀ ਤਫਤੀਸ਼ ਹੋ ਰਹੀ ਹੈ? ਹੁਣ ਤਫਤੀਸ਼ ਜਾਰੀ ਆ, ਜੋ ਕਾਰਵਾਈ ਹੋਊਗੀ ਅਮਲ 'ਚ ਲੈਂਦੀ ਜਾਊਗੀ। ਇੱਕ ਕੈਦੀ ਪੁਲਿਸ ਦੀ ਗ੍ਰਿਫਤ ਚੋਂ ਫਰਾਰ ਹੋ ਜਾਂਦਾ, ਪੁਲਿਸ ਅਧਿਕਾਰੀ ਦੇ ਗੋਲੀ ਵੀ ਲੱਗਦੀ ਆ, ਪੁਲਿਸ ਦੇ ਖਿਲਾਫ ਸ਼ਰੇਆਮ ਗੁੰਡਾਗਰਦੀ ਹੁੰਦੀ ਆ। ਇਹ ਪੂਰੀ ਘਟਨਾ ਕਈ ਵੱਡੇ ਸਵਾਲ ਖੜੇ ਕਰ ਰਹੀ ਆ ਕਿ ਕੀ ਸਾਡੀ ਪੁਲਿਸ ਇੰਨੀ ਕਮਜ਼ੋਰ ਹੋ ਚੁੱਕੀ ਆ ਕਿ ਉਹ ਕੁਝ ਵੀ ਨਹੀਂ ਕਰ ਸਕਦੀ। ਹੁਣ ਸਵਾਲ ਇਹ ਵੀ ਉੱਠ ਰਿਹਾ ਕਿ ਜਦੋਂ ਸਭ ਦੀ ਸੁਰੱਖਿਆ ਲਈ ਤੈਨਾਤ ਖਾਕੀ ਵਾਲੇ ਹੀ ਸੁਰੱਖਿਅਤ ਨਹੀਂ ਤਾਂ ਆਮ ਇਨਸਾਨ ਕਿਸ ਭਰੋਸੇ ਆਪਣੇ ਆਪ ਨੂੰ ਸੁਰੱਖਿਅਤ ਮਹਿਸੂਸ ਕਰਨ। ਖੈਰ, ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ ਕਿ ਕੀ ਪੁਲਿਸ ਇਹਨਾਂ ਸਵਾਲਾਂ ਦਾ ਕੋਈ ਹੱਲ ਕੱਢ ਪਾਉਂਦੀ ਆ ਜਾਂ ਫਿਰ ਨਹੀਂ। ਪਰ ਫਿਲਹਾਲ ਇਹ ਸੱਚ ਹੈ ਕਿ ਪੁਲਿਸ ਦੀਆਂ ਅੱਖਾਂ ਸਾਹਮਣੇ ਇਹ ਪੂਰੀ ਘਟਨਾ ਵਾਪਰ ਚੁੱਕੀ ਆ ਤੇ ਪੁਲਿਸ ਪੂਰੀ ਤਰ੍ਹਾਂ ਨਾਕਾਮ ਰਹੀ ਆ। ਬਰਨਾਲਾ ਜ਼ਿਲ੍ਹੇ ਦੇ ਪਿੰਡ ਭੋਤਨਾ 'ਚ ਉਸ ਸਮੇਂ ਲੋਕਾਂ ਦੀਆਂ ਅੱਖਾਂ ਨਮ ਹੋ ਗਈਆਂ ਜਦੋਂ ਇੱਥੋਂ ਦਾ 27 ਸਾਲਾ ਨੌਜਵਾਨ ਕਮਲਜੀਤ ਸਿੰਘ ਕੈਨੇਡਾ ਦੇ ਅਲਬਰਟਾ 'ਚ ਸੜਕ ਹਾਦਸੇ 'ਚ ਆਪਣੀ ਜਾਨ ਗਵਾ ਬੈਠਾ। ਜਾਣਕਾਰੀ ਮੁਤਾਬਕ ਟਰਾਲਾ ਡਰਾਈਵਰ ਕਮਲਜੀਤ 2 ਟਰਾਲਿਆਂ ਦੀ ਹੋਈ ਆਪਸੀ ਟੱਕਰ ਦਾ ਸ਼ਿਕਾਰ ਹੋਇਆ। ਕਹਿੰਦੇ ਨੇ ਮੌਤ ਕਿਸੇ ਨੂੰ ਵੀ ਕਿਸੇ ਵੀ ਜਗ੍ਹਾ ਆਪਣੀ ਗ੍ਰਿਫਤ ਵਿੱਚ ਲੈ ਸਕਦੀ ਹੈ।
ਰੋਜ਼ਗਾਰ ਦੀ ਤਲਾਸ਼ ਵਿੱਚ ਸੂਬੇ ਦੇ ਨੌਜਵਾਨਾਂ ਦਾ ਵਿਦੇਸ਼ ਵੱਲ ਪਲਾਨ ਇਸ ਕਦਰ ਵੱਧ ਗਿਆ ਹੈ ਕਿ ਲੋਕ ਬੇਰੋਜ਼ਗਾਰੀ ਦੀ ਮਾਰ ਤੋਂ ਬਚਣ ਲਈ ਵਿਦੇਸ਼ਾਂ ਵੱਲ ਕੂਚ ਕਰਦੇ ਹਨ। ਪਰ ਕਿਸੇ ਨੂੰ ਨਹੀਂ ਪਤਾ ਕਿ ਮੌਤ ਕਿਸ ਜਗ੍ਹਾ ਉਹਨਾਂ ਨੂੰ ਨਿਗਲ ਲਵੇ। ਅਜਿਹੀ ਹੀ ਇੱਕ ਘਟਨਾ ਹੈ ਕੈਨੇਡਾ ਦੇ ਅਲਬਰਟਾ ਤੋਂ, ਜਿੱਥੇ ਰੋਜ਼ੀ ਰੋਟੀ ਦੀ ਤਲਾਸ਼ ਵਿੱਚ ਪਹੁੰਚਾ ਨੌਜਵਾਨ ਸੜਕ ਹਾਦਸੇ ਦਾ ਸ਼ਿਕਾਰ ਹੋ ਮੌਤ ਦੇ ਮੂੰਹ ਵਿੱਚ ਚਲਾ ਗਿਆ। ਮਿਲੀ ਜਾਣਕਾਰੀ ਮੁਤਾਬਿਕ ਨੌਜਵਾਨ ਬਰਨਾਲਾ ਜ਼ਿਲ੍ਹੇ ਦੇ ਪਿੰਡ ਭੋਤਨਾ ਦਾ ਰਹਿਣ ਵਾਲਾ ਹੈ ਤੇ ਪਿਛਲੇ ਕੁਝ ਦਿਨ ਪਹਿਲਾਂ ਹੀ ਉਹ ਕੈਨੇਡਾ ਆਇਆ ਸੀ। 27 ਸਾਲਾ ਨੌਜਵਾਨ ਕਮਲਜੀਤ ਸਿੰਘ ਸੇਖੋਂ ਟਰਾਲਾ ਚਲਾਉਂਦਾ ਸੀ ਤੇ ਕੈਨੇਡਾ ਦੇ ਅਲਬਰਟਾ 'ਚ ਆਮੋ ਸਾਹਮਣੇ ਹੋਈ ਦੋ ਟਰਾਲਿਆਂ ਦੀ ਟੱਕਰ ਵਿੱਚ ਉਸਨੇ ਆਪਣੀ ਜਾਨ ਗਵਾ ਦਿੱਤੀ। ਤੁਹਾਨੂੰ ਦੱਸ ਦਈਏ ਕਿ ਨੌਜਵਾਨ ਕਮਲਜੀਤ ਸਿੰਘ ਸੇਖੋਂ ਹਾਲੇ ਕੁਆਰਾ ਸੀ ਤੇ ਕੁਝ ਦਿਨ ਪਹਿਲਾਂ ਹੀ ਉਹ ਕੈਨੇਡਾ ਰੋਜ਼ੀ ਰੋਟੀ ਦੀ ਤਲਾਸ਼ ਵਿੱਚ ਪਹੁੰਚਾ ਸੀ। ਇਹ ਸਨ ਹੁਣ ਤੱਕ ਦੀਆਂ ਖਬਰਾਂ। ਤਾਜ਼ਾ ਤਰੀਨ ਖਬਰਾਂ ਲੈ ਕੇ ਫਿਰ ਹਾਜ਼ਰ ਹੋਵਾਂਗੇ। ਤਦ ਤੱਕ ਲਈ ਮੈਨੂੰ ਦਿਓ ਆਗਿਆ। ਸਤਿ ਸ੍ਰੀ ਅਕਾਲ। ਚੱਕਦੇ ਟੀਵੀ ਨਾਲ ਜੁੜੇ ਰਹਿਣ ਲਈ ਸਾਡਾ ਚੈਨਲ ਸਬਸਕ੍ਰਾਈਬ ਕਰੋ। ਵੀਡੀਓ ਸਭ ਤੋਂ ਪਹਿਲਾਂ ਦੇਖਣ ਲਈ ਬੈਲ ਆਈਕਨ ਤੇ ਕਲਿੱਕ ਕਰਨਾ ਨਾ ਭੁੱਲਿਓ।